Hello students, how are you? We are reading second lesson, half a rupee worth. We have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Today we are going to start the next part of this lesson. Let's start. Let's read. Subia kept 5 prized cows and buffaloes whose milk, curd and butter he and his wife and 5 children had day and night and then became rotten and balloon like. ਸੂਬੀਆਂ ਨੇ ਰੱਖੀਆਂ ਹੋਈਆਂ ਸਨ 5 ਕੀਮਤੀ ਗਊਆਂ ਔਰ ਮੱਝਾਂ ਰੱਖੀਆਂ ਹੋਈਆਂ ਸਨ ਜਿਸ ਦਾ ਦੁੱਧ ਦਹੀਂ ਔਰ ਮੱਖਣ ਜੋ ਉਹ ਉਸ ਦੀ ਪਤਨੀ ਉਸ ਦੇ 5 ਬੱਚੇ ਜੋ ਦਿਨ ਰਾਤ ਡੇ ਐਂਡ ਨਾਈਟ ਜੋ ਦਿਨ ਰਾਤ ਖਾਂਦੇ ਪੀਂਦੇ ਸਨ ਉਸ ਦੇ ਕਾਰਨ ਉਹ ਕੀ ਬਣ ਗਏ ਸਨ ਰੋਟਨਡ ਗੋਲ ਮਟੋਲ ਔਰ ਗੁਬਾਰੇ ਦੀ ਤਰ੍ਹਾਂ ਬਣ ਗਏ ਸਨ. He owned 30 acres of land in a nearby village. ਨੇੜੇ ਦੇ ਪਿੰਡ ਦੇ ਲਾਗੇ ਉਸ ਦੀ 30 ਏਕੜ ਜ਼ਮੀਨ ਵੀ ਸੀ. And visited it once a month. ਔਰ ਉਹ ਮਹੀਨੇ ਵਿੱਚ ਇੱਕ ਵਾਰ ਉੱਥੇ ਜਾਇਆ ਕਰਦਾ ਸੀ. To survey his possessions and make sure they were intact. ਕੀ ਸਰਵੇ ਕਰਨ ਵਾਸਤੇ ਸਰਵੇਖਣ ਕਰਨ ਵਾਸਤੇ ਆਪਣੀ ਜਾਇਦਾਦ ਦਾ ਆਪਣੀ ਪੋਜੈਸ਼ਨ ਦਾ ਔਰ ਇਹ ਯਕੀਨੀ ਬਣਾਉਣ ਵਾਸਤੇ ਇਹ ਪੱਕਾ ਕਰਨ ਵਾਸਤੇ ਕਿ ਉਹ ਸਭ ਠੀਕ ਠਾਕ ਸਨ. He lent money at exorbitant rates of interest. ਔਰ ਉਹ ਬਹੁਤ ਜ਼ਿਆਦਾ ਦਰ ਦੇ ਉੱਪਰ ਬਹੁਤ ਜ਼ਿਆਦਾ ਵਿਆਜ ਦੀ ਦਰ 'ਤੇ ਪੈਸੇ ਉਧਾਰ ਦਿੰਦਾ ਸੀ. And if people failed to pay, he acquired their houses. ਔਰ ਜੇਕਰ ਲੋਕ ਪੈਸਾ ਵਾਪਸ ਕਰਨ ਵਿੱਚ ਅਸਫਲ ਹੋ ਜਾਂਦੇ ਸਨ ਤਾਂ ਫਿਰ ਉਹ ਉਹਨਾਂ ਦੇ ਘਰਾਂ ਦੇ ਉੱਪਰ ਕਬਜ਼ਾ ਕਰ ਲੈਂਦਾ ਸੀ. He became swollen with money. ਉਸ ਕੋਲ ਬਹੁਤ ਜ਼ਿਆਦਾ ਪੈਸੇ ਹੋ ਗਏ ਸਨ ਉਹ ਬਹੁਤ ਜ਼ਿਆਦਾ ਅਮੀਰ ਹੋ ਗਿਆ. He sent his children to a school. ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਦਾ ਸੀ. Bought them brocaded caps and velvet coats. ਔਰ ਉਹਨਾਂ ਨੂੰ ਖਰੀਦ ਕੇ ਦਿੰਦਾ ਸੀ. ਕਿਹੜੀਆਂ ਕੈਪਸ ਸੁਨਹਿਰੀ ਕੈਪਸ ਔਰ ਮਖਮਲੀ ਕੋਟ. ਐਂਡ ਪੇਡ ਅ ਹੋਮ ਟਿਊਟਰ. ਔਰ ਉਹ ਇੱਕ ਹੋਮ ਟਿਊਟਰ ਨੂੰ ਪੇ ਵੀ ਕਰਦਾ ਸੀ. ਇੱਕ ਘਰ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਨੂੰ ਪੈਸੇ ਵੀ ਦਿੰਦਾ ਸੀ ਕਾਸ ਵਾਸਤੇ. ਟੂ ਸ਼ਾਟ ਦੀ ਲੈਸਨਸ ਐਟ ਦਾ ਟੋਪ ਆਫ ਹਿਜ਼ ਵੋਇਸ ਐਵਰੀ ਈਵਨਿੰਗ ਅੰਡਰ ਅ ਲੈਂਪ ਇਨ ਦਾ ਹਾਲ. ਔਰ ਉਹ ਇੱਕ ਹੋਮ ਟਿਊਟਰ ਨੂੰ ਪੇ ਵੀ ਕਰਦਾ ਸੀ ਪੈਸੇ ਵੀ ਦਿੰਦਾ ਸੀ ਜੋ ਹਾਲ ਦੇ ਵਿੱਚ ਦੀਵੇ ਦੀ ਰੋਸ਼ਨੀ ਦੇ ਹੇਠ ਸ਼ਾਮ ਨੂੰ ਪੂਰੀ ਉੱਚੀ ਆਵਾਜ਼ ਦੇ ਵਿੱਚ ਲੈਸਨਸ ਚੀਕ ਕੇ ਬੋਲਦਾ ਸੀ. He loaded his wife with gold ornaments. ਉਸਨੇ ਲੋਡ ਕਰ ਦਿੱਤਾ ਉਸਨੇ ਆਪਣੀ ਪਤਨੀ ਨੂੰ ਗਹਿਣਿਆਂ ਦੇ ਨਾਲ ਭਰ ਦਿੱਤਾ. And draped her in ਗਾੜੀ ਬਨਾਰਸ ਸਿਲਕ. ਔਰ ਉਸ ਨੂੰ ਬਨਾਰਸੀ ਰੇਸ਼ਮ ਦੀਆਂ ਜੋ ਭੜਕੀਲੀਆਂ ਸਾੜੀਆਂ ਪਹਿਨਣ ਨੂੰ ਦਿੱਤੀਆਂ. He added on to his house 2 more stories and several halls. ਔਰ ਉਸਨੇ he added on to his house 2 more stories. ਔਰ ਉਸਨੇ ਆਪਣੇ ਮਕਾਨ ਵਿੱਚ 2 ਹੋਰ ਸਟੋਰੀਜ਼ 2 ਹੋਰ ਮੰਜ਼ਿਲਾਂ ਅਤੇ ਕਈ ਹਾਲ ਕਮਰੇ ਬਣਾ ਦਿੱਤੇ. ਐਂਡ ਪੇਂਟਡ ਆਲ ਦੀ ਵਾਲਸ ਵਿਦ ਅ ਥਿਕ ਬਲੂ ਆਇਲ ਪੇਂਟ. ਔਰ ਸਾਰੀਆਂ ਦੀਵਾਰਾਂ 'ਤੇ ਗਹਿਰੇ ਨੀਲੇ ਰੰਗ ਦਾ ਪੇਂਟ ਕਰਵਾ ਦਿੱਤਾ. ਐਂਡ ਕਵਰਡ them with hundreds of pictures of gods in gilt frames. ਔਰ ਉਹਨਾਂ ਦੀਵਾਰਾਂ ਨੂੰ ਕਵਰ ਕਰ ਦਿੱਤਾ ਸੈਂਕੜੇ ਤਸਵੀਰਾਂ ਦੇ ਨਾਲ. ਕਿਹੜੀਆਂ ਤਸਵੀਰਾਂ ਦੇ ਨਾਲ ਦੇਵੀ ਦੇਵਤਿਆਂ ਦੀ. ਔਰ ਜੋ ਦੇਵੀ ਦੇਵਤਿਆਂ ਦੀ ਜੋ ਸੈਂਕੜੇ ਤਸਵੀਰਾਂ ਸਨ ਉਹਨਾਂ ਨੂੰ ਕਵਰ ਕਰ ਦਿੱਤਾ. ਔਰ ਉਹ ਤਸਵੀਰਾਂ ਕਿਸ ਵਿੱਚ ਜੜੀਆਂ ਹੋਈਆਂ ਸਨ ਸੁਨਹਿਰੇ ਰੰਗ ਦੇ ਫਰੇਮਾਂ ਦੇ ਵਿੱਚ. All day he sat by his iron safe. ਸਾਰਾ ਦਿਨ ਉਹ ਬੈਠਾ ਰਹਿੰਦਾ ਆਪਣੀ ਲੋਹੇ ਦੀ ਤਿਜੋਰੀ ਦੇ ਕੋਲ. ਐਂਡ kept shoving money into it. ਔਰ ਉਸ ਵਿੱਚ ਪੈਸੇ ਸ਼ੋਵਿੰਗ ਕਰਦਾ ਰਹਿੰਦਾ ਉਸ ਵਿੱਚ ਪੈਸੇ ਤੱਕਦਾ ਰਹਿੰਦਾ.
ਵਾਚਿੰਗ ਕਲੋਜ਼ਲੀ ਐਟ ਦੀ ਸੇਮ ਟਾਈਮ, ਔਰ ਉਸੇ ਸਮੇਂ ਨਿਗਰਾਨੀ ਵੀ ਰੱਖਦਾ। ਜਦੋਂ ਪੈਸੇ ਸ਼ੋਅ ਕਰਦਾ, ਜਦੋਂ ਪੈਸੇ ਤਿਜੋਰੀ ਦੇ ਵਿੱਚ ਤੱਕ ਰਿਹਾ ਹੁੰਦਾ ਤਾਂ ਉਸ ਸਮੇਂ ਨਿਗਰਾਨੀ ਵੀ ਰੱਖਦਾ। ਕਿਹਨਾਂ ਦੇ ਉੱਪਰ? ਆਪਣੇ ਅਸਿਸਟੈਂਟ ਦੇ ਉੱਪਰ, ਆਪਣੇ ਸਹਾਇਕਾਂ ਦੇ ਉੱਪਰ, ਜੋ ਕੀ ਕਰਦੇ ਸਨ? ਮੇਜ਼ਰਿੰਗ ਆਊਟ ਰਾਈਸ ਇਨਟੂ ਗਨੀ ਸੈਕ, ਜੋ ਬੋਰੀਆਂ ਦੇ ਵਿੱਚ ਜੋ ਚਾਵਲ ਨਾਪਦੇ ਸਨ, ਉਹਨਾਂ ਉੱਪਰ ਉਹ ਨਿਗਰਾਨੀ ਵੀ ਰੱਖਦਾ। ਹੀ ਲੈਡ ਅ ਸੈਟਿਸਫਾਈਡ ਲਾਈਫ, ਉਹ ਗੁਜ਼ਾਰ ਰਿਹਾ ਸੀ, ਇੱਕ ਸੰਤੁਸ਼ਟਜਨਕ ਜੀਵਨ ਗੁਜ਼ਾਰ ਰਿਹਾ ਸੀ। ਦੇਅਰ ਸੀਮਡ ਨੋ ਰੀਜ਼ਨ ਵਾਈ ਇਟ ਸ਼ੁੱਡ ਨਾਟ ਗੋ ਔਨ ਥਰੂ ਇਟਰਨਿਟੀ, ਔਰ ਕੋਈ ਕਾਰਨ ਨਹੀਂ ਦਿਖਾਈ ਦਿੰਦਾ ਸੀ ਕਿ ਅਜਿਹਾ ਇਟਰਨਿਟੀ, ਅਜਿਹਾ ਅਨੰਤ ਕਾਲ ਤੱਕ ਚੱਲਦਾ ਰਹੇ। ਦੇਅਰ ਸੀਮਡ ਨੋ ਰੀਜ਼ਨ, ਅਜਿਹਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ ਸੀ ਕਿ ਅਜਿਹਾ ਅਨੰਤ ਕਾਲ ਤੱਕ ਨਾ ਚੱਲਦਾ ਰਹੇ। ਇਸ ਤਰ੍ਹਾਂ ਲੱਗਦਾ ਸੀ ਵੀ ਉਸ ਦਾ ਜੋ ਕਾਰੋਬਾਰ ਹੈ ਉਹ ਚੱਲਦਾ ਹੀ ਰਹੇਗਾ। ਦ ਸੇਮ ਸੈਟ ਆਫ ਐਕਟੀਵਿਟੀਜ਼ ਐਂਡ ਇੰਟਰਸਟ, ਉਹ ਉਹਦੀਆਂ ਸਾਰੀਆਂ ਕਿਰਿਆਵਾਂ, ਜੋ ਸਾਰੀਆਂ ਗਤੀਵਿਧੀਆਂ ਔਰ ਸਾਰੇ ਕੰਮ ਧੰਦੇ ਗੋਇੰਗ ਔਨ, ਚੱਲਦੇ ਰਹਿਣ। ਐਂਡ ਵਨ or the other of his sons to acquire his shape and appearance and continue the family business, ਔਰ ਉਸ ਦਾ ਇੱਕ ਜਾਂ ਦੂਸਰਾ ਕੋਈ ਵੀ ਬੇਟਾ ਉਸ ਦੀ ਸ਼ੇਪ ਨੂੰ, ਉਸ ਦੀ ਆਕ੍ਰਿਤੀ ਨੂੰ ਔਰ ਉਸ ਦੇ ਰੂਪ ਨੂੰ ਐਕਵਾਇਰ ਕਰੇ, ਗ੍ਰਹਿਣ ਕਰੇ, ਔਰ ਕੰਟੀਨਿਊ ਦੀ ਫੈਮਿਲੀ ਬਿਜ਼ਨਸ, ਔਰ ਪਰਿਵਾਰ ਦਾ ਜੋ ਵਪਾਰ ਸੀ, ਜੋ ਫੈਮਿਲੀ ਬਿਜ਼ਨਸ ਸੀ, ਉਸ ਨੂੰ ਅੱਗੇ ਵਧਾਵੇ। It might have continued thus but for the war, ਇਹ ਸਭ ਕੁਝ ਸ਼ਾਇਦ ਚੱਲਦਾ ਰਹਿੰਦਾ, ਇਹ ਸਭ ਕੁਝ ਕੰਟੀਨਿਊ ਰਹਿੰਦਾ ਜੇਕਰ ਯੁੱਧ ਸ਼ੁਰੂ ਨਾ ਹੁੰਦਾ। It seemed at first to be the end of civilization, ਸ਼ੁਰੂ ਵਿੱਚ ਅਜਿਹਾ ਲੱਗਾ ਕਿ ਸਭਿਅਤਾ ਦਾ ਅੰਤ ਆ ਗਿਆ ਹੋਵੇ। But after the first shock, ਲੇਕਿਨ ਪਹਿਲੇ ਝਟਕੇ ਤੋਂ ਬਾਅਦ, it proved not so unwelcome after all, ਪਰੰਤੂ ਪਹਿਲੇ ਸ਼ੌਕ ਤੋਂ ਬਾਅਦ, ਪਹਿਲੇ ਸਦਮੇ ਤੋਂ ਬਾਅਦ ਕੁਝ ਵੀ ਹੋਵੇ, ਉਹ ਇੰਨਾ ਅਨਵੈਲਕਮ, ਉਹ ਇੰਨਾ ਬੁਰਾ ਵੀ ਸਿੱਧ ਨਹੀਂ ਹੋਇਆ। ਹਿਜ਼ ਪ੍ਰੋਫਿਟਸ ਪਾਇਲਡ ਅਪ, ਉਸ ਦੇ ਜੋ ਮੁਨਾਫੇ ਸਨ, ਜੋ ਪ੍ਰੋਫਿਟ ਸੀ, ਉਹ ਵਧਦੇ ਚਲੇ ਗਏ। ਐਜ਼ ਨੈਵਰ ਬਿਫੋਰ, ਜਿਵੇਂ ਪਹਿਲਾਂ ਕਦੇ ਨਹੀਂ ਵਧੇ ਸਨ। ਸੈਗੋਨ ਐਂਡ ਬਰਮਾ ਸੀਜ਼ ਟੂ ਸੈਂਡ ਰਾਈਸ, ਸੈਗੋਨ ਔਰ ਬਰਮਾ ਨੇ ਚਾਵਲ ਭੇਜਣੇ ਬੰਦ ਕਰ ਦਿੱਤੇ। ਐਂਡ ਦ ਮੈਂਟ ਦ ਸਟਾਕ ਹੀ ਹੈਲਡ ਵਾਜ਼ ਵਰਥ ਇਟਸ ਵੇਟ ਇਨ ਗੋਲਡ, ਔਰ ਇਸ ਦਾ ਅਰਥ ਸੀ ਕਿ ਜੋ ਉਸ ਦੇ ਕੋਲ ਸਟਾਕ, ਜੋ ਚੌਲਾਂ ਦਾ ਜੋ ਸਟਾਕ ਸੀ, ਉਸ ਦੀ ਹੁਣ ਕੀਮਤ ਸੋਨੇ ਦੇ ਬਰਾਬਰ ਹੋ ਗਈ ਸੀ। ਪੀਪਲ ਫਲੋਕਡ ਟੂ ਸ਼ੌਪ ਐਟ ਆਲ ਆਵਰਸ, ਜੋ ਲੋਕ ਸਨ ਉਹ ਹਰ ਸਮੇਂ ਫਲੋਕਡ, ਹਰ ਸਮੇਂ ਝੁੰਡਾਂ ਦੇ ਵਿੱਚ, ਗਰੁੱਪ ਦੇ ਵਿੱਚ ਜਾਂ ਝੁੰਡਾਂ ਦੇ ਵਿੱਚ ਉਸ ਦੀ ਦੁਕਾਨ 'ਤੇ ਆਉਣ ਲੱਗੇ। ਹੀ ਬੌਟ ਦੀ ਬਿਗ ਹਾਊਸ ਨੈਕਸਟ ਡੋਰ ਫੋਰ ਅ ਗੋਡਾਊਨ ਐਂਡ ਦੈਨ ਦ ਨੈਕਸਟ ਵਨ ਐਟ ਦੀ ਨੈਕਸਟ ਐਂਡ ਦੈਨ ਬੌਟ ਅ ਡਜ਼ਨ ਮੋਰ ਵਿਲੇਜਸ, ਔਰ ਉਸਨੇ ਨਾਲ ਲੱਗਦਾ, ਔਰ ਉਸ ਨੈਕਸਟ ਡੋਰ, ਔਰ ਉਸ ਨਾਲ ਲੱਗਦਾ ਇੱਕ ਵੱਡਾ ਮਕਾਨ ਗੁਦਾਮ ਦੇ ਰੂਪ ਵਿੱਚ ਖਰੀਦ ਲਿਆ, ਔਰ ਫਿਰ ਉਸਨੇ ਇੱਕ ਹੋਰ ਖਰੀਦ ਲਿਆ, ਔਰ ਫਿਰ ਇੱਕ ਹੋਰ ਖਰੀਦ ਲਿਆ। ਐਂਡ ਦੈਨ ਬੌਟ ਅ ਡਜ਼ਨ ਮੋਰ ਵਿਲੇਜਸ, ਔਰ ਉਸ ਦੇ ਬਾਅਦ ਉਸਨੇ ਇੱਕ ਦਰਜਨ ਹੋਰ ਪਿੰਡ ਖਰੀਦ ਲਏ। ਵਾਰ ਸੀਮਡ ਔਨ ਦੀ ਹੋਲ ਅ ਵੈਰੀ ਬੈਨੀਫਿਸ਼ੀਅਲ ਫੋਰਸ, ਔਰ ਕੁੱਲ ਮਿਲਾ ਕੇ ਫੋਰ ਅ ਹੌਲ, ਔਰ ਕੁੱਲ ਮਿਲਾ ਕੇ ਔਨ ਦੀ ਹੌਲ, ਕੁੱਲ ਮਿਲਾ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਯੁੱਧ ਸੀ ਉਹ ਇੱਕ ਲਾਭਕਾਰੀ, ਇੱਕ ਬੈਨੀਫਿਸ਼ੀਅਲ, ਇੱਕ ਲਾਭਕਾਰੀ ਸ਼ਕਤੀ ਸੀ। ਟਿਲ ਦਾ ਇੰਟਰੋਡਕਸ਼ਨ ਆਫ ਪ੍ਰਾਈਸ ਐਂਡ ਫੂਡ ਕੰਟਰੋਲ, ਜਦ ਤੱਕ ਕਿ ਮੁੱਲ ਅਤੇ ਭੋਜਨ ਕੰਟਰੋਲ ਲਾਗੂ ਨਹੀਂ ਹੋ ਗਿਆ। ਫੋਰ ਦੀ ਫਸਟ ਟਾਈਮ ਇਨ ਹਿਜ਼ ਲਾਈਫ ਹੀ ਵਾਜ਼ ਵਰੀਡ, ਜਦੋਂ ਪ੍ਰਾਈਸ ਐਂਡ ਫੂਡ ਕੰਟਰੋਲ ਲਾਗੂ ਹੋ ਗਿਆ ਤਾਂ ਉਹ ਪਹਿਲੀ ਵਾਰ
ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਉਸ ਨੂੰ ਚਿੰਤਾ ਹੋਈ। He could not see how anyone had the right to say what he should sell and at what rate। ਔਰ ਉਹ ਇਹ ਸਮਝ ਨਹੀਂ ਪਾ ਰਿਹਾ ਸੀ। He could not see ਔਰ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਕਿਸ ਤਰ੍ਹਾਂ ਸੀ। How anyone had the right ਕਿ ਕਿਸੇ ਵੀ ਵਿਅਕਤੀ ਨੂੰ ਇਹ ਰਾਈਟ ਇਹ ਅਧਿਕਾਰ ਕਿਸ ਤਰ੍ਹਾਂ ਸੀ ਕਿ ਉਸ ਨੂੰ ਦੱਸੇ ਕਿ ਉਸ ਨੂੰ ਕੀ ਵੇਚਣਾ ਚਾਹੀਦਾ ਹੈ ਔਰ ਕਿਸ ਦਰ 'ਤੇ ਵੇਚਣਾ ਚਾਹੀਦਾ ਹੈ। He felt happy when he heard someone say ਔਰ ਉਹ ਖੁਸ਼ੀ ਮਹਿਸੂਸ ਕਰਦਾ ਜਦੋਂ ਕਿਸੇ ਨੂੰ ਕਹਿੰਦੇ ਹੋਏ ਸੁਣਦਾ ਦਾ ਫੂਡ ਡਿਪਾਰਟਮੈਂਟ ਇਜ਼ ਅ ਹੌਕਸ ਵੀ ਜਿਹੜਾ ਫੂਡ ਡਿਪਾਰਟਮੈਂਟ ਹੈ ਉਹ ਇੱਕ ਝਾਂਸਾ ਹੈ। ਦ ਗੌਰਮੈਂਟ ਇਜ਼ ਮੇਕਿੰਗ ਅ ਮੈਸ ਆਫ ਥਿੰਗਸ ਜੋ ਗੌਰਮੈਂਟ ਹੈ ਜੋ ਸਰਕਾਰ ਹੈ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬੇਤਰਤੀਬੀ ਪੈਦਾ ਕਰ ਰਹੀ ਹੈ। ਮੇਕਿੰਗ ਅ ਮੈਸ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮੇਕਿੰਗ ਅ ਮੈਸ ਬੇਤਰਤੀਬੀ ਪੈਦਾ ਕਰ ਰਹੀ ਹੈ। ਥੈਂਕਸ।